ਵਿਦਿਆਰਥੀਓ, ਅੱਜ ਤੁਸੀਂ ਆਪਣੀ 5ਵੀਂ ਜਮਾਤ ਪਾਸ ਕਰਕੇ ਪ੍ਰਾਇਮਰੀ ਐਜੂਕੇਸ਼ਨ ਆਪਣੀ ਪੂਰੀ ਕਰ ਲਈ ਹੈ। ਤੇ ਪਾਸ ਹੋਣ ਤੇ ਇਸ ਪ੍ਰਾਇਮਰੀ ਐਜੂਕੇਸ਼ਨ ਪੂਰੀ ਕਰਨ ਤੇ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿੰਦਾ। ਹੁਣ ਤੁਸੀਂ ਮਿਡਲ ਸਕੂਲ ਦੀ 6ਵੀਂ ਕਲਾਸ ਵਿੱਚ ਤੁਸੀਂ ਆ ਗਏ ਹੋ। ਇਸ ਕਲਾਸ ਵਿੱਚ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ ਜਿਹੜਾ ਹੈ ਉਹ ਐਡ ਹੋਇਆ ਹੈ, ਤੁਹਾਡੇ ਤੇ ਲਾਗੂ ਹੋਇਆ ਹੈ। ਇਹ ਵਿਸ਼ਾ ਬਹੁਤ ਹੀ ਮਨੋਰੰਜਨ ਵਾਲਾ ਤੇ ਜਾਣਕਾਰੀ ਭਰਪੂਰ ਹੈ। ਹਾਂਜੀ, ਮੈਂ ਕੰਪਿਊਟਰ ਦੀ ਗੱਲ ਕਰ ਰਿਹਾ। ਇਹਦੇ ਵਿੱਚ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦਾ ਪਹਿਲਾ ਪਾਠ ਪੜ੍ਹਾਂਗੇ, ਕੰਪਿਊਟਰ ਨਾਲ ਜਾਣ ਪਛਾਣ, ਇੰਟਰੋਡਕਸ਼ਨ ਆਫ ਕੰਪਿਊਟਰ। ਤੁਸੀਂ ਇਸ ਤੋਂ ਪਹਿਲਾਂ ਕੰਪਿਊਟਰ ਨੂੰ ਕਈ ਥਾਵਾਂ ਤੇ ਦੇਖਿਆ ਹੋਊਗਾ, ਆਪਣੇ ਘਰਾਂ ਵਿੱਚ, ਸਰਕਾਰੀ ਦਫ਼ਤਰਾਂ ਵਿੱਚ, ਸ਼ੋਰੂਮਾਂ ਵਿੱਚ, ਡਾਕਟਰਾਂ ਕੋਲੇ ਜਾਂ ਬੈਂਕਾਂ ਵਿੱਚ। ਬਹੁਤ ਥਾਵਾਂ ਤੇ ਤੁਸੀਂ ਕੰਪਿਊਟਰ ਦੇਖਿਆ ਹੋਊਗਾ। ਅੱਜ ਆਓ ਅਸੀਂ ਇਹਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਜਾਣੀਏ। ਸਾਡਾ ਇਹ ਪਾਠ ਪੜ੍ਹਨ ਦਾ ਜਿਹੜਾ ਉਦੇਸ਼ ਹੈਗਾ, ਆਪਾਂ ਇਹ ਜਾਣਾਂਗੇ ਕੰਪਿਊਟਰ ਕੀ ਹੈ, ਕੰਪਿਊਟਰ ਦੀ ਪਰਿਭਾਸ਼ਾ, ਡੈਫੀਨੇਸ਼ਨ, ਕੰਪਿਊਟਰ ਕਿਹਨੂੰ ਕਹਿੰਦੇ ਹੈ, ਅਸੀਂ ਕੰਪਿਊਟਰ ਨਾਲ ਕੀ ਕਰ ਸਕਦੇ ਹਾਂ, ਕੰਪਿਊਟਰ ਦੀ ਵਰਤੋਂ ਕਿਹੜੇ ਖੇਤਰਾਂ ਵਿੱਚ ਹੁੰਦੀ ਹੈ, ਕੰਪਿਊਟਰ ਦੀ ਸੀਮਾਵਾਂ ਕਿਹੜੀਆਂ ਤੇ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹੈ। ਆਓ ਪਹਿਲਾਂ ਆਪਾਂ ਜਾਣ ਪਛਾਣ ਕਰਦੇ ਹਾਂ ਕੰਪਿਊਟਰ ਕੀ ਹੈ। ਅੱਜ ਦੇ ਸਮੇਂ ਵਿੱਚ ਕੰਪਿਊਟਰ ਬਹੁਤ ਮਹੱਤਵਪੂਰਨ ਹੋ ਚੁੱਕਿਆ ਹੈ, ਕਿਉਂਕਿ ਇਹ ਆਸਾਨੀ ਨਾਲ ਕੰਮਾਂ ਨੂੰ ਬਹੁਤ ਹੀ ਸਹੀ ਤੇ ਤੇਜ਼ ਗਤੀ ਨਾਲ ਕਰਦਾ ਹੈ। ਸਾਡੀ ਰੋਜ਼ਾਨਾ ਦੀਆਂ ਕਿਰਿਆਵਾਂ ਕੰਪਿਊਟਰ ਤੇ ਆਧਾਰਿਤ ਹਨ। ਕੰਪਿਊਟਰ ਦੀ ਵਰਤੋਂ ਸਕੂਲਾਂ, ਬੈਂਕਾਂ, ਡਾਕਘਰਾਂ, ਰੇਲਵੇ, ਹਵਾਈ ਅੱਡਿਆਂ ਤੇ ਦੁਕਾਨਾਂ ਆਦਿ ਤੇ ਟਿਕਟਾਂ ਬੁਕਿੰਗ ਕਰਨ ਜਾਂ ਹੋਰ ਬੁਕਿੰਗ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਸਿੱਖਿਆ ਤੇ ਮਨੋਰੰਜਨ ਦੇ ਖੇਤਰ ਵਿੱਚ ਵੀ ਕੰਪਿਊਟਰ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਕੰਪਿਊਟਰ ਦਾ ਸ਼ਬਦ ਲੈਟਿਨ ਭਾਸ਼ਾ ਵਿੱਚੋਂ ਨਿਕਲਿਆ ਹੈ। ਕੰਪਿਊਟਰੇ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੁੰਦਾ ਹੈ ਗਣਨਾਵਾਂ ਕਰਨਾ। ਕੰਪਿਊਟਰ ਹਿਦਾਇਤਾਂ ਬੇਸਡ ਹੈ, ਇੰਸਟਰਕਸ਼ਨ ਬੇਸਡ ਹੈਗਾ, ਹਿਦਾਇਤਾਂ ਤੇ ਕੰਮ ਕਰਦਾ ਹੈ। ਇਹਦੀ ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰਦੇ ਹਾਂ ਤੇ ਥੋੜ੍ਹਾ ਜਿਹਾ ਸਮਝੋ, ਬਹੁਤ ਸੌਖਾ ਹੈ ਕੰਮ ਇਹ। ਕੰਪਿਊਟਰ ਕੀ ਹੈ? ਜੇ ਆਪਾਂ ਇਹ ਪੁੱਛੀਏ ਕਿ ਜੇ ਡੈਫੀਨੇਸ਼ਨ ਦੇ ਤੌਰ ਤੇ ਆਪਾਂ ਨੂੰ ਕੋਈ ਪੁੱਛੇ ਕਿ ਕੰਪਿਊਟਰ ਕੀ ਹੈ, ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਲੈਕਟ੍ਰੋਨਿਕ, ਜਿਹਦੇ ਵਿੱਚ IC ਡਾਇਡਸ ਵਗੈਰਾ ਲੱਗੇ ਹੁੰਦੇ ਆ, ਜਿਵੇਂ ਰੇਡੀਓ, ਟੈਲੀਵਿਜ਼ਨ, LCD ਦੇ ਵਿੱਚ ਲੱਗੇ ਹੁੰਦੇ ਆ, ਇਸ ਤਰ੍ਹਾਂ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਹ ਸਾਨੂੰ ਸੂਚਨਾ ਨਾਲ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਜਿਹੜੀ ਸੂਚਨਾ ਆਪਾਂ ਦਿੰਦੇ ਹਾਂ ਉਹਦੇ ਨਾਲ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਯੂਜ਼ਰ ਤੋਂ ਡਾਟਾ ਅਤੇ ਹਿਦਾਇਤਾਂ ਪ੍ਰਾਪਤ ਕਰਦਾ ਹੈ। ਕੰਪਿਊਟਰ ਨੂੰ ਹਿਦਾਇਤਾਂ ਤੇ ਡਾਟਾ ਦੇਣ ਦੀ ਪ੍ਰਕਿਰਿਆ ਨੂੰ ਇਨਪੁਟ ਕਿਹਾ ਜਾਂਦਾ ਹੈ। ਇਹ ਇਨਪੁਟ ਨੂੰ ਪ੍ਰੋਸੈਸ ਕਰਦਾ ਹੈ। ਪ੍ਰੋਸੈਸ ਤੋਂ ਬਾਅਦ ਕੰਪਿਊਟਰ ਸਾਨੂੰ ਸਹੀ ਨਤੀਜੇ ਦਿੰਦਾ ਹੈ, ਜਿਸ ਨੂੰ ਅਸੀਂ ਆਊਟਪੁੱਟ ਕਹਿੰਦੇ ਹਾਂ। ਸੋ ਆਪਾਂ ਕੀ ਕਹਿ ਸਕਦੇ ਹਾਂ? ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਯੂਜ਼ਰ ਤੋਂ ਜਿਹੜਾ ਹੈ ਉਹ ਇਨਪੁਟ ਦੇ ਰੂਪ ਵਿੱਚ ਡਾਟਾ ਲੈਂਦਾ ਹੈ, ਡਾਟਾ ਤੇ ਹਿਦਾਇਤਾਂ ਲੈਂਦਾ ਹੈ। ਇਹਨਾਂ ਹਿਦਾਇਤਾਂ ਨੂੰ ਪ੍ਰੋਸੈਸ ਕਰਕੇ ਸਾਨੂੰ ਸਹੀ ਜਾਣਕਾਰੀ ਜਿਹੜੀ ਹੈ ਉਹ ਆਊਟਪੁੱਟ ਦੇ ਰੂਪ ਵਿੱਚ ਦਿੰਦਾ ਹੈ। ਇਹਦੇ ਵਿੱਚ 3 ਸ਼ਬਦ ਨਵੇਂ ਸਾਡੇ ਕੋਲੇ ਆਏ ਹੈ: ਡਾਟਾ, ਇੰਸਟਰਕਸ਼ਨਾਂ, ਪ੍ਰੋਸੈਸਿੰਗ। ਡਾਟਾ ਕੀ ਹੈ? ਜੋ ਵੀ ਸਾਡੇ ਕੋਲੇ ਜਾਣਕਾਰੀ ਹੁੰਦੀ ਹੈ, ਜੋ ਜਾਣਕਾਰੀ ਤੋਂ ਪਹਿਲਾਂ ਜੋ ਆਪਾਂ ਇਕੱਤਰ ਕਰਦੇ ਹਾਂ, ਉਹਨੂੰ ਅਸੀਂ ਡਾਟਾ ਕਹਿੰਦੇ ਹਾਂ। ਜਿਵੇਂ ਮੈਂ ਕਹਿ ਦਿਆਂ 1/4/2021, ਇੱਕ ਡੇਟ ਹੋ ਗਈ, 1/4/2000, 1 ਅਪ੍ਰੈਲ 2021 ਜਿਹੜੀ ਹੈ ਇੱਕ ਤਰੀਕ ਹੋ ਗਈ। ਦੂਸਰੇ ਪਾਸੇ ਮੈਂ ਕਹਿੰਦਾ 9 ਵਜੇ, 9 ਵਜੇ ਸਮਾਂ ਹੋ ਗਿਆ। ਮੈਂ ਕਹਾਂ ਸਕੂਲ, ਇੱਕ ਸਥਾਨ ਦਾ ਨਾਮ ਹੋ ਗਿਆ, ਖੁੱਲ੍ਹਾ ਹੋਵੇਗਾ, ਮਤਲਬ ਓਪਨ ਰਹੇਗਾ। ਦਾਖਲਾ ਕਰਵਾ ਸਕਦੇ ਹੋ, ਮਤਲਬ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਹੁਣ ਇਹ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਇਹ ਡਾਟਾ ਹੋ ਗਈਆਂ। ਹੁਣ ਮੈਂ ਜਿਹਨੂੰ ਇੱਕ ਸੀਕੁਐਂਸ ਦੇ ਵਿੱਚ ਬੋਲਾਂ ਕਿ 1 ਅਪ੍ਰੈਲ 2021 ਨੂੰ ਸਕੂਲ ਖੁੱਲ੍ਹਾ ਹੋਵੇਗਾ ਅਤੇ ਤੁਸੀਂ ਉੱਥੇ ਦਾਖਲਾ ਕਰਵਾ ਸਕਦੇ ਹੋ। ਇਹ ਪ੍ਰੋਸੈਸਿੰਗ ਕਰਨ ਤੋਂ ਬਾਅਦ ਜਾਣਕਾਰੀ ਬਣੀ ਹੈ। ਸੋ ਕੰਪਿਊਟਰ ਕੀ ਕਰਦਾ ਹੈ? ਸਾਡੇ ਕੋਲੋਂ ਜਿਹੜਾ ਕੱਚਾ ਡਾਟਾ ਹੈ, ਜਿਵੇਂ ਤਰੀਕ ਸੀਗੀ, ਸਮਾਂ ਸੀਗਾ, ਸਥਾਨ ਸੀਗਾ, ਕੰਮ ਸੀ, ਕੀ ਕਰਨਾ ਹੈ, ਦਾਖਲਾ ਜਿਹੜਾ ਸੀ, ਇਸ ਤਰ੍ਹਾਂ ਨਾਲ ਜੋ ਵੀ ਹੋਇਆ ਉਹ ਸਾਰਾ ਸੀ। ਕੰਪਿਊਟਰ ਜਿਹੜਾ ਹੈਗਾ ਉਹ ਜਿਹੜਾ ਡਾਟਾ ਹੈਗਾ, ਡਾਟਾ ਨੂੰ ਲੈਂਦਾ ਹੈ, ਡਾਟਾ ਤੇ ਹਿਦਾਇਤਾਂ ਨੂੰ ਲੈਂਦਾ ਹੈ ਤੇ ਉਹਨਾਂ ਨੂੰ ਇੱਕ ਲੈਅਬੱਧ ਤਰੀਕੇ ਨਾਲ ਜਾਣਕਾਰੀ, ਜਿਹੜੀ ਸੂਚਨਾ ਹੈ ਉਹ ਪ੍ਰਦਾਨ ਕਰਦਾ ਹੈ। ਉਹਨੂੰ ਅਸੀਂ ਆਊਟਪੁੱਟ ਕਹਿੰਦੇ ਹਾਂ। ਤੇ ਹੁਣ ਤੱਕ ਅਸੀਂ ਸਿੱਖ ਚੁੱਕੇ ਹਾਂ ਕਿ ਕੰਪਿਊਟਰ ਕੀ ਹੈ ਤੇ ਇਹਦੀ ਡੈਫੀਨੇਸ਼ਨ ਕੀ ਹੈ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਹ ਕੱਚੇ ਡਾਟਾ ਨੂੰ ਇਨਪੁਟ ਦੇ ਰੂਪ ਵਿੱਚ ਲੈਂਦਾ ਹੈ ਅਤੇ ਪ੍ਰੋਸੈਸ ਕਰਕੇ ਸਾਨੂੰ ਸਹੀ ਜਾਣਕਾਰੀ ਉਹ ਪ੍ਰਦਾਨ ਕਰਦਾ ਹੈ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੰਪਿਊਟਰ ਦੀ ਹੋਰ ਆਪਾਂ ਡੈਫੀਨੇਸ਼ਨ, ਜਿਹੜੀ ਇਨਵਰਟਡ ਕੋਮਿਆਂ ਦੇ ਵਿੱਚ ਇੱਕ ਡੈਫੀਨੇਸ਼ਨ ਆਪਾਂ ਲਿਖਣਾ ਚਾਹੀਏ ਤੇ ਕਿਵੇਂ ਲਿਖਾਂਗੇ।
ਕੰਪਿਊਟਰ ਕੀ ਹੈ? ਡੈਫੀਨੇਸ਼ਨ ਆਫ ਕੰਪਿਊਟਰ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਇਨਪੁਟ ਦੇ ਤੌਰ ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਸ ਇਨਪੁਟ ਡਾਟਾ ਤੇ ਹਿਦਾਇਤਾਂ ਨੂੰ ਲੜੀ ਅਨੁਸਾਰ ਕਰਦੀ, ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਪ੍ਰੋਸੈਸਿੰਗ ਕਰਦਾ ਹੈ ਅਤੇ ਨਤੀਜੇ ਆਉਟਪੁੱਟ ਦਿੰਦਾ ਹੈ। ਇਹ ਪ੍ਰਾਪਤ ਆਉਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭਦਾ ਹੈ। ਇਹ ਨੂਮੈਰਿਕ ਤੇ ਨਾਨ ਨੂਮੈਰਿਕ ਜਿਹੜੀ ਗਣਨਾਵਾਂ ਨੂੰ ਪ੍ਰੋਸੈਸ ਕਰ ਸਕਦਾ ਹੈ। ਅਸੀਂ ਇਹਦੀ ਡੈਫੀਨੇਸ਼ਨ ਇਹ ਦੱਸਾਂਗੇ। ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਉਹ ਵੀ ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕੰਪਿਊਟਰ ਤੋਂ ਅਸੀਂ ਕੀ ਕਰ ਸਕਦੇ ਹਾਂ। ਕੰਪਿਊਟਰ ਸਾਡੇ ਲਈ ਕੀ ਕਰ ਸਕਦਾ ਹੈ, ਸਾਡੀ ਕੀ ਮਦਦ ਕਰ ਸਕਦਾ ਹੈ ਕੰਪਿਊਟਰ। ਸੋ ਅਸੀਂ ਨੰਬਰ ਵਾਈਜ਼ ਆਪਾਂ ਗਿਣਾਂਗੇ ਕਿ ਕੰਪਿਊਟਰ ਸਾਡੇ ਲਈ ਹੇਠ ਲਿਖੇ ਕੰਮ ਕਰ ਸਕਦਾ ਹੈ। ਕਿਹੜੇ ਨੰਬਰ 1 ਤੇ ਅਸੀਂ ਕੰਪਿਊਟਰ ਤੋਂ ਗਣਨਾਵਾਂ ਕਰਵਾ ਸਕਦੇ ਹਾਂ। ਕੋਈ ਮੈਥਮੈਟੀਕਲ ਕੰਮ ਹੋਵੇ ਕੰਪਿਊਟਰ ਤੋਂ ਅਸੀਂ ਉਹ ਕਰਾ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦਾ ਮੈਥਮੈਟੀਕਲ ਕੰਮ ਹੈ, ਜੋੜ ਘਟਾਓ ਗੁਣਾ ਭਾਗ ਜਿਹੜੇ ਇਹ ਆਪਾਂ ਕੰਪਿਊਟਰ ਤੋਂ ਕਰਵਾ ਸਕਦੇ ਹਾਂ। ਦੂਸਰੇ ਨੰਬਰ ਤੇ ਅਸੀਂ ਕੰਪਿਊਟਰ ਤੇ ਟੈਕਸਟ ਤੇ ਸਪੈਲਿੰਗ ਚੈੱਕ ਕਰ ਸਕਦੇ ਹਾਂ। ਟੈਕਸਟ ਲਿਖ ਸਕਦੇ ਹਾਂ ਤੇ ਸਪੈਲਿੰਗ ਚੈੱਕ ਕਰ ਸਕਦੇ ਹਾਂ। ਕੋਈ ਪਬਲਿਸ਼ਿੰਗ ਦਾ ਕੰਮ ਹੁੰਦਾ ਹੈ, ਕੋਈ ਕਿਤਾਬਾਂ ਛਪਦੀਆਂ, ਅਖਬਾਰ ਛਪਦੇ, ਜਾਂ ਆਪਾਂ ਕੋਈ ਘਰੇਲੂ ਐਪਲੀਕੇਸ਼ਨ ਲੈਟਰ ਕੋਈ ਚੀਜ਼ ਛਾਪਣੀ ਹੋਵੇ ਤੇ ਉਹ ਅਸੀਂ ਉਹਦੇ ਸਪੈਲਿੰਗ ਚੈੱਕ ਕਰ ਸਕਦੇ ਹਾਂ ਤੇ ਉਹਨੂੰ ਲਿਖ ਸਕਦੇ ਹਾਂ। ਮਤਲਬ ਟੈਕਸਟ ਨਾਲ ਅਸੀਂ ਕੰਮ ਕਰ ਸਕਦੇ ਹਾਂ, ਅੱਖਰਾਂ ਨਾਲ। ਤੀਸਰੇ ਨੰਬਰ ਤੇ ਅਸੀਂ ਕੰਪਿਊਟਰ ਤੇ ਤਸਵੀਰਾਂ ਬਣਾ ਸਕਦੇ ਹਾਂ। ਜਿਵੇਂ ਅਸੀਂ ਡਰਾਇੰਗ ਕਰਦੇ ਹਾਂ, ਡਰਾਇੰਗ ਤੇ ਸਾਡੇ ਕੋਲ ਡਰਾਇੰਗ ਦੀਆਂ ਪੈਨਸਲਾਂ, ਫੁੱਟਾ, ਸਕੇਲ ਜਿਹੜਾ ਹੁੰਦਾ ਹੈ, ਉਹਦੇ ਨਾਲ ਅਸੀਂ ਡਰਾਇੰਗ ਕਰਦੇ ਹਾਂ। ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਇੱਕ MS ਪੇਂਟ ਸੌਫਟਵੇਅਰ ਹੁੰਦਾ ਹੈ, ਉੱਥੇ ਅਸੀਂ ਆਪਣੀ ਡਰਾਇੰਗ ਕਰ ਸਕਦੇ ਹਾਂ। ਉੱਥੇ ਸਾਨੂੰ ਉਹ ਸਾਰਾ ਟੂਲ ਅਵੇਲੇਬਲ ਹੋਊਗਾ ਜੋ ਡਰਾਇੰਗ ਕਰਨ ਲਈ ਚਾਹੀਦਾ ਹੈ। ਚੌਥੇ ਨੰਬਰ ਤੇ ਹੈ ਅਸੀਂ ਕੰਪਿਊਟਰ ਦੀ ਵਰਤੋਂ ਕਿਤਾਬਾਂ ਅਤੇ ਅਖਬਾਰਾਂ ਛਾਪਣ ਲਈ ਕਰ ਸਕਦੇ ਹਾਂ। ਪਬਲਿਸ਼ਿੰਗ ਦੇ ਕੰਮ ਲਈ ਜਿਹੜਾ ਹੈ ਕੰਪਿਊਟਰ ਵਰਤਿਆ ਜਾ ਸਕਦਾ ਹੈ। ਪੰਜਵੇਂ ਨੰਬਰ ਤੇ ਅਸੀਂ ਕੰਪਿਊਟਰ ਤੋਂ ਗੇਮਾਂ ਖੇਡ ਸਕਦੇ ਹਾਂ, ਮਨੋਰੰਜਨ ਕਰ ਸਕਦੇ ਹਾਂ ਅਸੀਂ ਗੇਮਾਂ ਖੇਡ ਕੇ ਕੰਪਿਊਟਰ ਤੇ। ਧਿਆਨ ਰਹੇ, ਅਸੀਂ ਜਿਹੜੀਆਂ ਗੇਮਾਂ ਸਰਕਾਰ ਨੇ ਰੋਕੀਆਂ ਹੋਈਆਂ ਜਾਂ ਜਿਹੜੀਆਂ ਸਾਨੂੰ ਘਾਤਕ ਹੈਗੀਆਂ, ਉਹੋ ਜਿਹੀਆਂ ਗੇਮਾਂ ਅਸੀਂ ਕਦੇ ਵੀ ਆਪਣੇ ਮੋਬਾਈਲ ਤੇ ਡਾਊਨਲੋਡ ਨਹੀਂ ਕਰਨੀਆਂ ਜਾਂ ਕੰਪਿਊਟਰ ਡਾਊਨਲੋਡ ਨਹੀਂ ਕਰਨੀਆਂ ਤੇ ਨਾ ਹੀ ਖੇਡਣੀਆਂ। ਇਸ ਤੋਂ ਬਾਅਦ ਅਸੀਂ 6ਵੇਂ ਨੰਬਰ ਤੇ ਕਹਿ ਸਕਦੇ ਹਾਂ ਅਸੀਂ ਕੰਪਿਊਟਰ ਤੇ ਗਾਣੇ ਸੁਣ ਸਕਦੇ ਹਾਂ, ਫਿਲਮਾਂ ਦੇਖ ਸਕਦੇ ਹਾਂ। ਮਨੋਰੰਜਨ ਦਾ ਅਸੀਂ ਕੰਮ ਕੰਪਿਊਟਰ ਤੇ ਕਰ ਸਕਦੇ ਹਾਂ, ਪਰ ਆਪਾਂ ਜਿਹੜਾ ਹੈ ਕੰਪਿਊਟਰ ਦੀ ਵਰਤੋਂ ਸਿੱਖਣ ਲਈ ਕਰਨੀ ਹੈ। ਜਿਹੜੀ ਆਪਣਾ ਪਰਪਸ ਹੈਗਾ ਉਹ ਗੇਮਾਂ ਖੇਡਣਾ ਜਾਂ ਗਾਣੇ ਫਿਲਮਾਂ ਨਹੀਂ ਹੈਗਾ, ਆਪਣਾ ਸਿੱਖਣ ਲਈ ਹੈ। ਆਪਾਂ ਜਿੰਨਾ ਕੰਪਿਊਟਰ ਤੇ ਕੰਮ ਕਰਾਂਗੇ ਉਹਨਾਂ ਸਿੱਖਣ ਲਈ ਕਰਾਂਗੇ। 7ਵੇਂ ਨੰਬਰ ਤੇ ਹੈ ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ਾਂ ਵਿੱਚ ਸਫ਼ਰ ਕਰਨ ਲਈ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹਾਂ। ਆਨਲਾਈਨ ਟਿਕਟਾਂ ਜਿਹੜੀਆਂ ਉਹ ਅਸੀਂ ਕੰਪਿਊਟਰ ਨਾਲ ਕਰਵਾ ਸਕਦੇ ਹਾਂ। 8ਵੇਂ ਨੰਬਰ ਤੇ ਅਸੀਂ ਰੇਲਵੇ, ਬੱਸਾਂ, ਹਵਾਈ ਜਹਾਜ਼ਾਂ ਦੇ ਆਉਣ ਜਾਣ ਦਾ ਸਮੇਂ ਬਾਰੇ ਪਤਾ ਕਰ ਸਕਦੇ ਹਾਂ। ਸਮਾਂ ਸਾਰਣੀ ਜਿਹੜੀ ਹੈ ਉਹ ਅਸੀਂ ਇੰਟਰਨੈਟ ਤੋਂ ਕੰਪਿਊਟਰ ਤੋਂ ਲੱਭ ਸਕਦੇ ਹਾਂ। 9ਵੇਂ ਨੰਬਰ ਤੇ ਅਸੀਂ ਕਰ ਸਕਦੇ ਹਾਂ ਅਸੀਂ ਕਿਸੇ ਜਗ੍ਹਾ ਲਈ ਸਫ਼ਰ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੇ ਮੌਸਮ ਬਾਰੇ ਪਤਾ ਲਗਾ ਸਕਦੇ ਹਾਂ। ਕੰਪਿਊਟਰ ਤੋਂ ਅਸੀਂ ਜਿੱਥੇ ਜਾਣਾ ਹੋਵੇ ਉੱਥੋਂ ਦਾ ਮੌਸਮ ਪਤਾ ਲਗਾ ਸਕਦੇ ਹਾਂ ਕਿ ਉੱਥੇ ਕਿਸ ਤਰ੍ਹਾਂ ਦਾ ਸਮਾਨ ਸਾਨੂੰ ਨਾਲ ਲੈ ਕੇ ਜਾਣਾ ਪਊਗਾ, ਕਿਸ ਤਰ੍ਹਾਂ ਦਾ ਉੱਥੇ ਮੌਸਮ ਹੈ, ਸਰਦੀ, ਗਰਮੀ, ਜਾਂ ਕਿਸ ਤਰ੍ਹਾਂ ਦਾ ਸਾਨੂੰ ਨਾਲ ਸਮਾਨ ਕੈਰੀ ਕਰਨਾ ਪੈ ਸਕਦਾ ਹੈ। 10ਵੇਂ ਨੰਬਰ ਤੇ ਹੈ ਅਸੀਂ ਆਪਣੇ ਸਕੂਲ ਦੀਆਂ ਰਿਪੋਰਟਾਂ, ਨਤੀਜੇ ਤੇ ਸਮਾਂ ਸਾਰਣੀ ਤਿਆਰ ਕਰ ਸਕਦੇ ਹਾਂ। ਸਕੂਲ ਦਾ ਟਾਈਮ ਟੇਬਲ ਜਿਹੜਾ ਹੈਗਾ ਜਾਂ ਬੱਚਿਆਂ ਦੇ ਮਾਰਕਸ ਜਿਹੜੇ ਹੈਗੇ ਆ ਉਹਨਾਂ ਦੀ ਸੂਚੀ ਜਿਹੜੀ ਹੈ ਉਹ ਕੰਪਿਊਟਰ ਤੇ ਤਿਆਰ ਕੀਤੀ ਜਾ ਸਕਦੀ ਹੈ। 11ਵੇਂ ਨੰਬਰ ਤੇ ਹੈ ਅਸੀਂ ਕੰਪਿਊਟਰ ਰਾਹੀਂ ਕਿਸੇ ਵੀ ਜਗ੍ਹਾ ਤੇ ਪਹੁੰਚ ਦਾ ਰਸਤਾ, ਮੈਪ ਜਿਹੜਾ ਹੈਗਾ ਆਪਾਂ ਲੱਭ ਸਕਦੇ ਹਾਂ। ਜਿਵੇਂ ਅਸੀਂ ਕਿਤੇ ਜਾਣਾ ਹੋਵੇ ਤੇ ਉੱਥੋਂ ਦਾ ਲੋਕੇਸ਼ਨ ਜਿਹੜੀ ਹੈ ਉਹਦਾ ਮੈਪ ਲਗਾ ਲੈਂਦੇ ਹਾਂ, ਜਿਵੇਂ ਆਪਾਂ ਮੋਬਾਈਲ 'ਚ ਲਗਾਉਂਦੇ ਹਾਂ, ਇਸੇ ਤਰ੍ਹਾਂ ਕੰਪਿਊਟਰ 'ਚ ਅਸੀਂ ਕਰ ਸਕਦੇ ਹਾਂ। ਜਿਹੜਾ ਮੋਬਾਈਲ ਹੈਗਾ ਉਹ ਵੀ ਅੱਜ ਆਪਣੇ ਕੋਲੇ ਇੱਕ ਛੋਟਾ ਪਾਮ ਕੰਪਿਊਟਰ ਹੈ ਜਿਹੜਾ ਆਪਣੀ ਹਥੇਲੀ 'ਚ ਰੱਖਿਆ ਜਾਂਦਾ ਹੈ, ਉਹ ਇੱਕ ਛੋਟਾ ਕੰਪਿਊਟਰ ਦੀ ਕਿਸਮ ਹੀ ਹੈ। ਉਹਦੇ 'ਚ ਵੀ ਆਪਾਂ ਇਹ ਸਾਰਾ ਕੁਝ ਕਰ ਸਕਦੇ ਹਾਂ। ਸੋ ਅੱਗੇ ਅਸੀਂ ਗੱਲ ਕਰਾਂਗੇ ਕੰਪਿਊਟਰ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ। ਹੁਣ ਆਪਾਂ ਪੜ੍ਹ ਚੁੱਕੇ ਹਾਂ ਕੰਪਿਊਟਰ ਕਿੱਥੇ ਕਿੱਥੇ ਆਪਾਂ ਨੂੰ ਕੰਮ ਦਿੰਦਾ ਹੈ। ਹੁਣ ਆਪਾਂ ਕਰਾਂਗੇ ਕਿ ਕੰਪਿਊਟਰ ਦੀ ਵਰਤੋਂ ਜਿਹੜੀ ਹੈ ਉਹ ਕਿੱਥੇ ਕਿੱਥੇ ਹੁੰਦੀ ਹੈ, ਐਪਲੀਕੇਸ਼ਨਸ ਆਫ ਕੰਪਿਊਟਰ ਜਿਹੜੀ ਹੈ। ਹੁਣ ਮਨੁੱਖੀ ਜੀਵਨ ਵਿੱਚ ਸ਼ਾਇਦ ਹੀ ਕੋਈ ਥਾਂ ਬਚੀ ਹੋਵੇ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੋਵੇ। ਤੁਸੀਂ ਸੋਚ ਕੇ ਦੇਖੋ ਕੋਈ ਇਹੋ ਜਿਹੀ ਜਗ੍ਹਾ ਜਿੱਥੇ ਕੰਪਿਊਟਰ ਨਾ ਲੱਗਿਆ ਹੋ। ਹਾਂ, ਲੱਗੇ ਵਾਲੀ ਆਪਾਂ ਪਹਿਲਾਂ ਸੂਚੀ ਬਣਾਈ ਸੀ ਕਿ ਦੁਕਾਨਾਂ 'ਚ ਹੁੰਦਾ ਹੈ, ਡਾਕਟਰ ਸਾਹਿਬ ਕੋਲੇ ਹੁੰਦਾ ਹੈ, ਸਟੋਰਾਂ ਤੇ ਹੁੰਦਾ ਹੈ, ਸਕੂਲਾਂ 'ਚ ਹੁੰਦਾ ਹੈ, ਰੇਲਵੇ ਸਟੇਸ਼ਨਾਂ ਤੇ ਹੁੰਦਾ ਹੈ, ਹਵਾਈ ਅੱਡਿਆਂ ਤੇ ਹੁੰਦਾ ਹੈ। ਉਹ ਲਿਸਟ ਸੂਚੀ ਬਹੁਤ ਲੰਮੀ ਹੈ। ਤੁਸੀਂ ਇਹਨੂੰ ਉਲਟਾ ਕਰਕੇ ਇਹਦਾ ਦੂਜਾ ਪਾਸਾ ਕਰਕੇ ਦੇਖੋ, ਮੈਨੂੰ ਸੋਚ ਕੇ ਇਹ ਦੱਸੋ ਕਿ ਕੰਪਿਊਟਰ ਕਿੱਥੇ ਨਹੀਂ ਲੱਗਿਆ ਹੁੰਦਾ। ਇਹ ਲੱਭਣ ਲਈ ਤੁਹਾਨੂੰ ਬਹੁਤ ਕੋਸ਼ਿਸ਼ ਕਰਨੀ ਪਊਗੀ। ਸ਼ਾਇਦ ਹੀ ਕੋਈ ਖੇਤਰ ਬਚਿਆ ਹੋਵੇ ਜਿੱਥੇ ਕੰਪਿਊਟਰ ਜਿਹੜਾ ਹੈ ਉਹਦੀ ਵਰਤੋਂ ਨਾ ਹੁੰਦੀ ਹੋਵੇ। ਸੋ ਆਪਾਂ ਦੇਖਦੇ ਹਾਂ ਕੰਪਿਊਟਰ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਵਰਤਿਆ ਜਾਂਦਾ, ਉਹਦੇ ਕਿਸ ਤਰੀਕੇ ਨਾਲ ਹੁੰਦੀ ਹੈ।
ਪਹਿਲੇ ਨੰਬਰ ਤੇ ਅਸੀਂ ਦੇਖਦੇ ਹਾਂ ਕਿ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦਾ ਯੋਗਦਾਨ ਤੁਹਾਨੂੰ ਪਤਾ ਹੀ ਹੈ। ਅਸੀਂ ਸਿੱਖਣ ਲਈ, ਕੁਝ ਵੀ ਸਿੱਖਣ ਲਈ ਜਿਹੜਾ ਉਹ ਕਰਦੇ ਹਾਂ। ਦੂਸਰਾ ਹੈ ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ, ਆਪਾਂ ਕੋਈ ਟੈਸਟ ਵਗੈਰਾ ਕਰਾਉਂਦੇ ਹਾਂ ਲੈਬੋਰਟਰੀਜ਼ ਤੇ, ਜੇ ਉੱਥੇ ਐਕਸਰੇ ਵਗੈਰਾ ਕਰਾਉਂਦੇ ਹਾਂ ਉੱਥੇ ਕੰਪਿਊਟਰ ਹੁੰਦੇ ਹੈ। ਦੁਕਾਨਾਂ ਵਿੱਚ ਦੁਕਾਨਦਾਰ ਆਪਣਾ ਜਿਹੜਾ ਸਟਾਕ ਹੈ ਉਹ ਕੰਪਿਊਟਰ 'ਚ ਫੀਡ ਕਰਕੇ ਰੱਖਦੇ ਆ, ਆਪਾਂ ਨੂੰ ਬਿੱਲ ਕੱਟ ਕੇ ਦਿੰਦੇ ਹੈ। ਵਪਾਰ ਵਿੱਚ ਵੀ ਹੈਗਾ, ਜਿਹੜੀ ਡਿਜ਼ਾਈਨਿੰਗ ਹੁੰਦੀ ਹੈ ਉਹ ਕਿਸੇ ਵੀ ਚੀਜ਼ ਦੀ ਕੰਪਿਊਟਰ ਨਾਲ ਹੁੰਦੀ ਹੈ। ਬੈਂਕਾਂ ਵਿੱਚ ਹਿਸਾਬ ਕਿਤਾਬ ਰੱਖਣ ਲਈ, ਮਨੋਰੰਜਨ ਦੇ ਖੇਤਰ ਵਿੱਚ ਫਿਲਮਾਂ ਬਣਾਉਣ ਲਈ ਜਾਂ ਨਾਟਕ ਬਣਾਉਣ ਲਈ, ਵੱਖ-ਵੱਖ ਸਰਕਾਰੀ ਸੈਂਟਰਾਂ ਵਿੱਚ ਜਿਵੇਂ ਆਪਾਂ ਡਰਾਈਵਿੰਗ ਲਾਇਸੈਂਸ ਬਣਾਉਂਦੇ ਹਾਂ, ਸੁਵਿਧਾ ਸੈਂਟਰ ਹੁੰਦੇ ਆ, ਜਨਮ ਮੌਤ ਦਾ ਸਰਟੀਫਿਕੇਟ ਹੈ, ਇਹ ਸਾਰੀ ਥਾਵਾਂ ਤੇ ਕੰਪਿਊਟਰ ਹੁੰਦਾ ਹੈ। ਖੇਡਾਂ 'ਚ, ਸਪੋਰਟਸ ਦੇ ਵਿੱਚ ਆਪਾਂ ਦੇਖਿਆ ਕੰਪਿਊਟਰ ਦੀ ਵਰਤੋਂ ਹੁੰਦੀ ਹੈ। ਆਓ ਹੁਣ ਅਸੀਂ ਇਹਨਾਂ ਖੇਤਰਾਂ ਨੂੰ ਵਿਸਥਾਰ ਨਾਲ ਪੜ੍ਹਦੇ ਹਾਂ। ਸਿੱਖਿਆ ਦੇ ਖੇਤਰ ਦੇ ਵਿੱਚ ਗੱਲ ਕਰੀਏ ਤੇ ਸਿੱਖਿਆ ਲਈ ਅਧਿਆਪਕ ਦੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਵਿਆਪਕ ਤੌਰ ਤੇ ਕੀਤੀ ਜਾਂਦੀ ਹੈ। ਅਧਿਆਪਕ ਰਾਹੀਂ ਕੰਪਿਊਟਰ ਦੀ ਵਰਤੋਂ ਉਹਨਾਂ ਦਾ ਪਾਠਕ੍ਰਮ, ਵਿਉਂਤਬੰਦੀ, ਨਤੀਜਾ ਤਿਆਰ ਕਰਨ, ਸਮਾਂ ਸਾਰਣੀ ਬਣਾਉਣ ਆਦਿ ਲਈ ਕੀਤੀ ਜਾਂਦੀ ਹੈ। ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਜਿਹੜੀ ਡਰਾਇੰਗ ਕਰਨ ਲਈ, ਪ੍ਰੋਸਪੈਕਟ ਬਣਾਉਣ ਲਈ ਤੇ ਹੋਰ ਕਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਿਹੜੀ ਹੈਗੀ ਹੈ ਇਹ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਜਿਹੜਾ ਹੈਗਾ ਉਹ ਕੰਪਿਊਟਰ ਕਿੱਥੇ ਕਿਵੇਂ ਕੰਮ ਦਿੰਦਾ ਹੈ। ਸਿਹਤ ਅਤੇ ਦਵਾਈਆਂ ਦੇ ਤਕਰੀਬਨ ਹਰ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਣ ਲਈ ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਬਿਮਾਰੀ ਦੀ ਹਿਸਟਰੀ ਅਤੇ ਹੋਰ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ। ਕੰਪਿਊਟਰਾਂ ਦੀ ਮਦਦ ਨਾਲ ਉਹਨਾਂ ਦਾ ਦੇਖ ਰੇਖ ਕੀਤੀ ਜਾਂਦੀ ਹੈ, ਉਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ। ਲੈਬੋਰਟਰੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਟੈਸਟ ਜਿਹੜੇ ਹੈਗੇ ਆ, ਐਕਸਰੇ ਵਗੈਰਾ, ਉਹ ਸਾਰੇ ਕੰਪਿਊਟਰ ਤੋਂ ਕੀਤੇ ਜਾਂਦੇ ਹੈ। ਇਸ ਤੋਂ ਬਾਅਦ ਅਸੀਂ ਅੱਗੇ ਦੇਖਾਂਗੇ ਦੁਕਾਨਾਂ ਵਿੱਚ। ਤੁਸੀਂ ਵੱਡੀਆਂ ਮਾਲਸ ਦੇ ਵਿੱਚ ਜਾਂ ਵੱਡੇ ਸ਼ੋਰੂਮਾਂ ਦੇ ਵਿੱਚ ਗਏ ਹੋਵੋਗੇ। ਜਦੋਂ ਤੁਸੀਂ ਸਮਾਨ ਲੈਂਦੇ ਹੋ ਤੇ ਉਹਦੀ ਬਿਲਿੰਗ ਜਿਹੜੀ ਹੈਗੀ ਹੈ ਉਹ ਕੰਪਿਊਟਰ ਰਾਹੀਂ ਕਰਦੇ ਹੈ। ਉਹ ਇੱਕ ਸਕੈਨਰ ਜਿਹਦੇ ਵਿੱਚ ਲਾਈਟ ਜੀ ਨਿਕਲਦੀ ਹੈ, ਗਨ ਵਰਗਾ ਸਕੈਨਰ ਹੁੰਦਾ ਹੈ, ਉਹ ਸਕੈਨਰ ਦੇ ਸਾਹਮਣੇ ਚੀਜ਼ਾਂ ਕਰੀ ਜਾਂਦੇ ਤੇ ਕੰਪਿਊਟਰ ਦੀ ਸਕਰੀਨ ਤੇ ਤੁਹਾਡਾ ਬਿੱਲ ਬਣੀ ਜਾਂਦਾ ਹੈ। ਇਸ ਤਰ੍ਹਾਂ ਕੀ ਹੈ, ਇਹ ਦੁਕਾਨਾਂ ਵਿੱਚ ਵੀ ਜਿਹੜਾ ਹੈਗਾ ਕੰਪਿਊਟਰ ਦੀ ਮਦਦ ਨਾਲ ਕੰਮ ਕੀਤਾ ਜਾਂਦਾ ਹੈ। ਹੋਰ ਵਪਾਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਕੰਪਿਊਟਰ ਵਪਾਰ ਵਿੱਚ ਬਹੁਤ ਮਦਦਗਾਰ ਹੈ। ਕੰਪਿਊਟਰ ਦੀ ਵਰਤੋਂ ਨਾਲ ਵਪਾਰੀ ਆਪਣੇ ਗਾਹਕਾਂ ਨੂੰ ਈਮੇਲ ਕਰ ਸਕਦਾ ਹੈ, ਉਹਨਾਂ ਦੇ ਸੰਦੇਸ਼ ਪ੍ਰਾਪਤ ਕਰ ਸਕਦਾ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਗ੍ਰਾਹਕਾਂ ਨਾਲ ਜਿਹੜਾ ਹੈਗਾ ਉਹ ਮੀਟਿੰਗ ਕਰ ਸਕਦਾ ਹੈ ਤੇ ਹੋਰ ਆਪਣੀਆਂ ਖਾਤੇ ਵਗੈਰਾ ਵੀ ਜਿਹੜਾ ਹੈਗਾ ਖਾਤੇ ਅਕਾਊਂਟਸ ਬੁੱਕਸ ਜਿਹੜੀਆਂ ਉਹ ਵੀ ਕੰਪਿਊਟਰ ਦੁਆਰਾ ਵਪਾਰੀ ਬਣਾਉਂਦਾ ਹੈ। ਬੈਂਕਾਂ ਵਿੱਚ ਅਸੀਂ ਸਹਿਜੇ ਹੀ ਦੇਖਦੇ ਹਾਂ, ਜਦੋਂ ਬੈਂਕ ਜਾਂਦੇ ਹਾਂ, ਤੁਸੀਂ ਆਪਣੇ ਮਾਪਿਆਂ ਨਾਲ ਬੈਂਕ ਗਏ ਹੋਵੋਗੇ ਜਾਂ ਤੁਸੀਂ ਆਪਦੇ ਖਾਤੇ ਖੁਲਾਉਣ ਵਾਸਤੇ, ਜਿਵੇਂ ਸਕੂਲਾਂ ਵਿੱਚ ਤੁਹਾਨੂੰ ਖਾਤੇ ਦੇਣੇ ਹੁੰਦੇ ਆ, ਉਹਦੇ ਲਈ ਤੁਸੀਂ ਬੈਂਕ ਗਏ ਹੋਵੋਗੇ। ਉੱਥੇ ਬਹੁਤ ਸਾਰੇ ਕੰਪਿਊਟਰ ਲੱਗੇ ਹੁੰਦੇ ਆ, ਲਗਭਗ ਹਰ ਇੱਕ ਆਦਮੀ ਕੰਪਿਊਟਰ ਤੇ ਕੰਮ ਕਰ ਰਿਹਾ ਹੁੰਦਾ ਹੈ। ਉਹਨਾਂ ਕੰਪਿਊਟਰਾਂ ਵਿੱਚ ਉਹਨਾਂ ਦਾ ਲੈਣ ਦੇਣ ਦਾ ਹਿਸਾਬ, ਉਹਨਾਂ ਦੇ ਜੋ ਅਕਾਊਂਟਾਂ ਦੀ ਜਿਹੜੀ ਜਾਣਕਾਰੀ ਹੈਗੀ ਹੈ, ਗ੍ਰਾਹਕਾਂ ਦੀ ਜਾਣਕਾਰੀ ਜਿਹੜੀ ਰੱਖੀ ਜਾਂਦੀ ਹੈ। ਇਸੇ ਨਾਲ ਜਿਹੜੇ ATM ਮਸ਼ੀਨਾਂ ਹੈਗੀਆਂ ਉਹਨਾਂ ਦਾ ਕੰਟਰੋਲ ਵੀ ਕੰਪਿਊਟਰ ਨਾਲ ਹੀ ਕੀਤਾ ਜਾਂਦਾ ਹੈ। ਮਨੋਰੰਜਨ ਦੇ ਖੇਤਰ ਵਿੱਚ ਅਸੀਂ ਦੇਖੀਏ ਤੇ ਜਦੋਂ ਅਸੀਂ ਕਿਤੇ ਗੇਮ ਖੇਡਦੇ ਹਾਂ ਕੰਪਿਊਟਰ ਦੇ, ਤੇ ਉਹ ਗੇਮਾਂ ਕੰਪਿਊਟਰ ਨਾਲ ਹੀ ਬਣਾਈਆਂ ਜਾਂਦੀਆਂ ਤੇ ਕੰਪਿਊਟਰ ਤੇ ਅਸੀਂ ਉਹਨਾਂ ਨੂੰ ਖੇਡ ਵੀ ਸਕਦੇ ਹਾਂ। ਤੇ ਹੋਰ ਫਿਲਮਾਂ ਤੇ ਗਾਣੇ ਜਿਹੜੇ ਹੈਗੇ ਆ ਉਹ ਵੀ ਅਸੀਂ ਕੰਪਿਊਟਰ ਤੋਂ ਕਰਦੇ ਹਾਂ। ਇਹ ਸਾਰਾ ਮਨੋਰੰਜਨ ਦਾ ਖੇਤਰ ਹੈਗਾ ਹੈ। ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਅਸੀਂ ਗੱਲ ਕਰੀਏ ਤੇ ਅਸੀਂ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਵੇ, ਅਸੀਂ ਆਪਣਾ ਜਨਮ ਦਾ ਸਰਟੀਫਿਕੇਟ ਬਣਾਉਣਾ ਹੋਵੇ, ਅਸੀਂ ਕੋਈ ਸੈਰ ਸਪਾਟੇ ਲਈ ਕੋਈ ਜਾਣਕਾਰੀ ਲੈਣੀ ਹੋਵੇ ਸਰਕਾਰ ਤੋਂ, ਜਾਂ ਕੋਈ ਟਿਕਟ ਲੈਣੀ ਹੋਵੇ, ਅਸੀਂ ਕੋਈ ਸਿੱਖਿਆ ਦੀ ਕੋਈ ਵਜ਼ੀਫੇ ਦੇ ਫਾਰਮ ਭਰਨੇ ਹੋਣ, ਜਾਂ ਇਹ ਸਾਰੇ ਕੰਮਾਂ ਲਈ ਸਾਨੂੰ ਵੱਖ-ਵੱਖ ਸਾਂਝ ਕੇਂਦਰਾਂ ਤੇ ਜਾਂ ਆਧਾਰ ਕਾਰਡ ਬਣਵਾਉਣਾ ਹੋਵੇ ਤੇ ਸੇਵਾ ਕੇਂਦਰਾਂ ਜਾਂ ਸਾਂਝ ਕੇਂਦਰਾਂ ਦੇ ਅਸੀਂ ਜਾ ਕੇ ਉੱਥੇ ਸਰਕਾਰੀ ਕੰਪਿਊਟਰਾਂ ਦੀ ਮਦਦ ਨਾਲ ਇਹ ਕੰਮ ਸਹਿਜੇ ਹੀ ਜਿਹੜੇ ਉਹ ਕਰ ਸਕਦੇ ਹਾਂ। ਖੇਡਾਂ ਦੇ ਵਿੱਚ ਕੰਪਿਊਟਰ ਦੀ ਵਰਤੋਂ ਬਹੁਤ ਹੁੰਦੀ ਹੈ। ਕ੍ਰਿਕਟ ਵਿੱਚ ਸਕੋਰ ਬੋਰਡ ਜਿਹੜਾ ਆਪਾਂ ਦੇਖਦੇ ਹਾਂ, ਜਦੋਂ ਮੈਚ ਚੱਲ ਰਿਹਾ ਹੁੰਦਾ ਟੀਵੀ ਤੇ ਆਪਾਂ ਨੂੰ ਸਕੋਰ ਬੋਰਡ ਦਿਖਾਇਆ ਜਾਂਦਾ ਹੈ, ਉਹ ਕੰਪਿਊਟਰ ਦੀ ਮਦਦ ਨਾਲ ਹੁੰਦਾ ਹੈ। ਹੋਰ ਕਈ ਸੂਚਨਾਵਾਂ ਵੀ ਜਿਹੜੀਆਂ ਉਹ ਅਪਲੋਡ ਕੀਤੀਆਂ ਜਾਂਦੀਆਂ, ਉਹਨਾਂ ਦੇ ਵਿੱਚ ਵੀ ਕੰਪਿਊਟਰਾਂ ਦੀ ਬਹੁਤ ਮਦਦ ਲਈ ਜਾਂਦੀ ਹੈ। ਸੋ ਅਸੀਂ ਹੁਣ ਇਹ ਦੇਖ ਚੁੱਕੇ ਹਾਂ ਕਿ ਕੰਪਿਊਟਰ ਕੀ ਹੈ, ਕੰਪਿਊਟਰ ਦੇ ਖੇਤਰ ਕਿਹੜੇ ਹੈ, ਕੰਪਿਊਟਰ ਤੋਂ ਅਸੀਂ ਕੀ ਕਰ ਸਕਦੇ ਹਾਂ। ਹੁਣ ਦੇਖਦੇ ਹਾਂ ਕੰਪਿਊਟਰ ਦੀ ਵਿਸ਼ੇਸ਼ਤਾ ਕੀ ਹੈ, ਕੰਪਿਊਟਰ ਵਿੱਚ ਕਿਹੜੇ ਵਿਸ਼ੇਸ਼ ਗੁਣ ਹੈਗੇ, ਅਸੀਂ ਗੁਣਾਂ ਬਾਰੇ ਦੇਖਾਂਗੇ ਉਹਦੇ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕੰਪਿਊਟਰ ਇੱਕ ਬਹੁਤ ਲਾਭਦਾਇਕ ਮਸ਼ੀਨ ਹੈ। ਇਸ ਦੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਕਿਹੜੀ ਹੈਗੀ ਹੈ, ਪਹਿਲੀ ਰਫ਼ਤਾਰ, ਸਪੀਡ ਜਿਹਨੂੰ ਆਪਾਂ ਕਹਿ ਸਕਦੇ ਹਾਂ। ਦੂਸਰੀ ਐਕੂਰੇਸੀ ਹੈਗੀ ਹੈ, ਉਹ ਸਹੀ ਕੰਮ ਕਰਦਾ ਹੈ। ਤੀਸਰਾ ਇਕਾਗਰਤਾ ਮਤਲਬ ਇੱਕ ਚਿੱਤ ਹੋ ਕੇ ਉਹ ਕੰਮ ਕਰਦਾ ਹੈ। ਅੱਗੇ ਹੈਗਾ ਬਹੁਗੁਣਤਾ ਮਤਲਬ ਇੱਕ ਤੋਂ ਵੱਧ ਕੰਮ ਉਹ ਕਰ ਸਕਦਾ ਹੈ। ਆਟੋਮੇਸ਼ਨ ਤੇ ਭੰਡਾਰਨ,
ਆਪਾਂ ਕੀ ਇਹਦੇ 'ਚ ਕੀ ਇਹਦੇ ਗੁਣ ਕੀ ਹੈਗੇ ਹੈ। ਇਹਦੀ ਰਫ਼ਤਾਰ ਜਿਹੜੀ ਹੈ ਉਹ ਬਹੁਤ ਤੇਜ਼ ਹੈਗੀ ਹੈ। ਇਹ ਸ਼ੁੱਧਤਾ ਨਾਲ ਕੰਮ ਕਰਦਾ ਹੈ। ਇਹ ਇਕਾਗਰਤਾ ਨਾਲ ਕੰਮ ਕਰਦਾ ਹੈ। ਇਹ ਬਹੁਗੁਣਤਾ ਰੱਖਦਾ ਹੈ ਅਤੇ ਆਟੋਮੋਸ਼ਨ ਵੀ ਇਹ 'ਚ ਹੈਗਾ ਹੈ ਤੇ ਪਲੱਸ ਇਹ ਭੰਡਾਰਨ ਵੀ ਕਰਦਾ ਹੈ। ਇਹ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ, ਕੰਪਿਊਟਰ ਦੇ ਕਰੈਕਟਰਿਸਟਿਕਸ ਹੈਗੇ ਹੈ। ਆਓ ਇਹਨਾਂ ਨੂੰ ਆਪਾਂ ਥੋੜਾ ਡਿਟੇਲ ਵਿੱਚ ਦੇਖਦੇ ਹਾਂ। ਰਫ਼ਤਾਰ ਤੋਂ ਅਸੀਂ ਸਮਝਦੇ ਹਾਂ ਸਪੀਡ। ਕੰਪਿਊਟਰ ਜਿਹੜਾ ਹੈਗਾ ਬਹੁਤ ਫਾਸਟ ਸਪੀਡ ਨਾਲ ਗਣਨਾਵਾਂ ਕਰਦਾ ਹੈ। ਜਿੱਥੇ ਮਨੁੱਖੀ ਦਿਮਾਗ ਗਣਨਾਵਾਂ ਕਰਨ ਲਈ ਆਪਾਂ ਕਹਿੰਦੇ ਹਾਂ ਇੱਕ ਟਾਈਮ ਜਿੰਨਾ ਲੈਂਦਾ ਹੈ, ਉਸ ਤੋਂ 100ਵੇਂ ਹਜ਼ਾਰਵੇਂ ਹਿੱਸੇ ਵੱਧ ਮਤਲਬ ਤੇਜ਼ ਗਤੀ ਨਾਲ ਕੰਪਿਊਟਰ ਜਿਹੜਾ ਉਹ ਗਣਨਾਵਾਂ ਕਰ ਸਕਦਾ ਹੈ। ਕੰਪਿਊਟਰ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ। ਇਹ ਗਣਨਾਵਾਂ ਨੂੰ ਕਰਨ ਵਿੱਚ ਅਸੀਂ 1 ਘੰਟਾ ਲੈਂਦੇ ਹਾਂ ਤੇ ਕੰਪਿਊਟਰ ਉੱਥੇ ਕੁਝ ਹੀ ਸੈਕਿੰਡਾਂ ਦਾ ਸਮਾਂ ਲੈਂਦਾ ਹੈ ਤੇ ਇਹ ਬਹੁਤ ਤੇਜ਼ ਹੈਗਾ ਹੈ। ਸ਼ੁੱਧਤਾ ਦੀ ਗੱਲ ਕਰੀਏ, ਸ਼ੁੱਧਤਾ ਜਦੋਂ ਵੀ ਕੰਪਿਊਟਰ ਨੂੰ ਆਪਾਂ ਕੋਈ ਹਿਦਾਇਤ ਦਿੰਦੇ ਹਾਂ ਤੇ ਉਹ ਲਗਾਤਾਰ ਦਿਨ ਹੋਵੇ ਰਾਤ ਹੋਵੇ ਕਿੰਨੇ ਹੀ ਘੰਟੇ ਹੋਣ ਉਹ ਉਸੇ ਤਰੀਕੇ ਨਾਲ ਕੰਮ ਕਰਦਾ ਰਹਿੰਦਾ ਹੈ। ਇਹਦੇ ਕੰਪੈਰੀਟਿਵਲੀ ਜੇ ਆਪਾਂ ਕੋਈ ਕੰਮ ਕਰੀਏ, ਆਪਾਂ ਕੋਈ ਚੀਜ਼ ਗਿਣਨ ਲਈ ਆਪਾਂ ਨੂੰ ਲਗਾ ਦਿੱਤਾ ਜਾਵੇ ਕਿ ਆਪਾਂ ਕੋਈ ਚੀਜ਼ ਗਿਣਨੀ ਹੈ, ਪੈਸੇ ਹੀ ਹੋਣ, ਮਤਲਬ ਪੈਸੇ ਆਪਾਂ ਗਿਣਨੇ ਹੈ। ਇੱਕ ਮਨੁੱਖ ਜੇ ਸਵੇਰ ਤੋਂ ਸ਼ਾਮ ਤੱਕ ਉਹ ਗਿਣਤੀ ਕਰਦਾ ਹੈ ਤੇ ਕਿਤੇ ਨਾ ਕਿਤੇ ਕੋਈ ਨੋਟ ਅੱਗੇ ਪਿੱਛੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਕਿਉਂਕਿ ਮਨੁੱਖ ਥੱਕ ਜਾਂਦਾ ਹੈ। ਮਨੁੱਖੀ ਦਿਮਾਗ ਜਿਹੜਾ ਹੈ ਕੁਝ ਸਮੇਂ ਬਾਅਦ ਥੱਕ ਜਾਂਦਾ ਹੈ। ਪਰ ਕੰਪਿਊਟਰ ਰਾਹੀਂ ਜੇ ਅਸੀਂ ਕੋਈ ਕੰਮ ਕਰਦੇ ਹਾਂ ਤੇ ਇਹ ਥੱਕਦਾ ਨਹੀਂ ਹੈ, ਇਹ ਨਾ ਅੱਕਦਾ ਹੈ ਨਾ ਥੱਕਦਾ ਹੈ। ਇਹ ਸ਼ੁੱਧਤਾ ਨਾਲ ਕੋਈ ਬਿਨਾਂ ਗਲਤੀ ਕੀਤੇ ਇਹ ਆਪਣਾ ਕੰਮ ਜਿਹੜਾ ਹੈ ਉਹ ਸਹੀ ਕਰਦਾ ਰਹਿੰਦਾ ਹੈ। ਇਕਾਗਰਤਾ, ਹੁਣੇ ਆਪਾਂ ਜਿਵੇਂ ਉੱਪਰਲੇ ਪੁਆਇੰਟ ਨਾਲ ਕੀਤਾ ਹੈ ਕਿ ਮਨੁੱਖ ਜਿਹੜਾ ਹੈ ਉਹ ਕਿਸੇ ਇੱਕ ਕੰਮ ਨੂੰ ਵਾਰ-ਵਾਰ ਕਰਨ ਲੱਗਿਆ ਜਿਹੜਾ ਉਹ ਲੰਮੇ ਸਮੇਂ ਤੱਕ ਕਰਦਾ ਹੈ ਤੇ ਉਹ ਗਲਤੀ ਕਰ ਲੈਂਦਾ, ਉਹ ਥੱਕ ਜਾਂਦਾ, ਉਹਦੀ ਇਕਾਗਰਤਾ ਭੰਗ ਹੋ ਜਾਂਦੀ ਹੈ। ਪਰ ਕੰਪਿਊਟਰ ਦਾ ਇਹ ਗੁਣ ਹੈ ਕਿ ਉਹ ਜਿੰਨੀ ਦੇਰ ਕੰਮ ਕਰੇਗਾ ਓਨੀ ਦੇਰ ਉਹ ਥੱਕਦਾ ਨਹੀਂ ਹੈ, ਉਹ ਆਪਣਾ ਕੰਮ ਲਗਾਤਾਰ ਕਰਦਾ ਰਹੂਗਾ। ਬਹੁਗੁਣਤਾ ਹੈਗੀ ਕੰਪਿਊਟਰ ਇੱਕ ਸਮੇਂ ਇੱਕ ਤੋਂ ਵੱਧ ਕੰਮ ਕਰ ਸਕਦਾ ਹੈ। ਜਿਵੇਂ ਅਸੀਂ ਇੱਕ ਸਮੇਂ ਇੱਕ ਕੰਮ ਕਰਦੇ ਹਾਂ, ਕੁਝ ਕੰਮ ਹੁੰਦੇ ਆ ਅਸੀਂ ਬਹੁਗੁਣਤਾ ਵਾਲੇ ਕਰ ਲੈਂਦੇ ਹਾਂ। ਜਿਵੇਂ ਮੰਨ ਲਓ ਅਸੀਂ ਡਰਾਈਵਿੰਗ ਕਰਦੇ ਹਾਂ, ਅਸੀਂ ਡਰਾਈਵਿੰਗ ਕਰਦੇ ਕਰਦੇ ਨਾਲ ਦੂਸਰੇ ਆਪਣੇ ਸਾਥੀ ਨਾਲ ਗੱਲਾਂ ਵੀ ਕਰ ਸਕਦੇ ਹਾਂ ਤੇ ਇਹ 2 ਕੰਮ ਹੋ ਗਏ। ਪਰ ਕਈ ਵਾਰ ਇਹੋ ਜਿਹਾ ਅਸੀਂ ਨਹੀਂ ਕਰ ਸਕਦੇ, ਜਿਵੇਂ ਮੰਨ ਲਓ ਅਸੀਂ ਰੋਟੀ ਖਾ ਰਹੇ ਹਾਂ ਤੇ ਨਾਲ ਨਾਲ ਅਸੀਂ ਦੌੜੀਏ, ਇਹ ਨਹੀਂ ਨਾ ਹੋ ਸਕਦਾ ਵੀ ਅਸੀਂ ਨਾਲ ਰੋਟੀ ਖਾ ਲਈਏ ਤੇ ਨਾਲ ਨਾਲ ਦੌੜੀ ਜਾਈਏ। ਕਈ ਕੰਮ ਅਸੀਂ ਨਹੀਂ ਕਰ ਸਕਦੇ। ਪਰ ਕੰਪਿਊਟਰ ਕੀ ਹੈ, ਬਹੁਤੇ ਕੰਮਾਂ ਵਿੱਚ ਜਿਹੜਾ ਹੈ ਬਹੁਗੁਣਤਾ ਰੱਖਦਾ ਹੈ। ਜਿਵੇਂ ਉਹਦੇ 'ਤੇ ਤੁਸੀਂ ਕੰਮ ਕਰ ਸਕਦੇ ਹੋ, MS ਪੇਂਟ ਦੇ ਵਿੱਚ ਤੁਸੀਂ ਕੋਈ ਡਰਾਇੰਗ ਕਰ ਰਹੇ ਹੋ, ਨਾਲ ਨਾਲ ਤੁਸੀਂ ਗਾਣਾ ਲਗਾ ਕੇ ਗਾਣਾ ਸੁਣ ਸਕਦੇ ਹੋ। ਉਧਰ ਕੋਈ ਚੀਜ਼ ਛਾਪਣੀ ਹੋਵੇ ਤੁਸੀਂ ਤੇ ਉਹਨੂੰ ਪ੍ਰਿੰਟ ਕਮਾਂਡ ਦੇ ਕੇ ਤੇ ਉਧਰ ਪ੍ਰਿੰਟਰ ਵੀ ਤੁਹਾਡਾ ਚੱਲਦਾ ਰਹੂਗਾ, ਉਧਰ ਗਾਣੇ ਤੁਹਾਡੇ ਚੱਲਦੇ ਰਹਿਣਗੇ, ਇੱਧਰ ਤੁਸੀਂ ਨਵਾਂ ਕੰਮ ਕਰ ਰਹੇ ਹੋ, ਮਤਲਬ 3 ਕੰਮ ਇਕੱਠੇ ਕਰ ਸਕਦੇ ਹੋ। ਇਹਨੂੰ ਅਸੀਂ ਕਵਾਂਗੇ ਬਹੁਗੁਣਤਾ। ਆਟੋਮੇਸ਼ਨ ਕੀ ਹੈਗਾ? ਆਟੋ ਮਤਲਬ ਆਪਣੇ ਆਪ, ਜਿਹੜਾ ਕੰਮ ਆਪਣੇ ਆਪ ਹੁੰਦਾ ਰਵੇ। ਕੰਪਿਊਟਰ ਨੂੰ ਮੰਨ ਲਓ ਆਪਾਂ ਕੋਈ ਗਾਣੇ ਸੁਣ ਰਹੇ ਹਾਂ ਤੇ ਇਹਨੂੰ ਪਹਿਲਾਂ ਆਪਣੀ ਸੂਚੀ ਦੇ ਦਿਆਂਗੇ, ਗਾਣਿਆਂ ਦੀ ਸੂਚੀ ਵੀ ਪਹਿਲੇ ਨੰਬਰ ਤੇ ਆਹ ਚਲਾਉਣਾ ਹੈ, ਦੂਸਰੇ ਤੇ ਆਹ, ਤੀਸਰੇ ਤੇ ਆਹ, ਚੌਥੇ ਤੇ ਆਹ, ਪੰਜਵੇਂ ਤੇ, ਭਾਵੇਂ 1000 ਗਾਣੇ ਜਿਹੜੇ ਆ ਉਹਨਾਂ ਦੀ ਸੂਚੀ ਦੇ ਦਈਏ, ਹਿਦਾਇਤ ਦੇ ਦਈਏ ਉਹਨੂੰ ਇੱਕ ਵਾਰੀ ਤੇ ਉਹ ਸਾਰੇ ਕੰਮ ਨੂੰ ਸੀਕੁਐਂਸ ਵਾਈਜ਼ ਆਟੋਮੈਟਿਕਲੀ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ ਆਟੋਮੈਟਿਕਲੀ ਉਹ ਕਰਦਾ ਰਹੂਗਾ। ਭੰਡਾਰਨ ਕੀ ਹੈ? ਜਿਵੇਂ ਅਸੀਂ ਆਪਣੇ ਅਨਾਜ ਦਾ ਭੰਡਾਰ ਕਰਦੇ ਹਾਂ, ਹੁਣ ਕਣਕਾਂ ਦਾ ਟਾਈਮ ਹੈਗਾ, ਹੁਣ ਅਸੀਂ ਕਣਕਾਂ ਨੂੰ ਸਾਰੇ ਸਾਲ ਲਈ ਭੰਡਾਰਨ ਕਰਦੇ ਹਾਂ, ਅਸੀਂ ਰੱਖਦੇ ਹਾਂ ਉਹਨਾਂ ਨੂੰ ਘਰੇ ਖਾਣ ਲਈ, ਆਟੇ ਵਾਸਤੇ। ਇਸੇ ਤਰ੍ਹਾਂ ਕੰਪਿਊਟਰ ਕੀ ਹੈਗਾ, ਜਿਹੜੀ ਜਾਣਕਾਰੀ ਆਪਾਂ ਕੋਈ ਜਾਣਕਾਰੀ ਕੰਪਿਊਟਰ ਦੇ ਵਿੱਚ ਬਣਾਉਂਦੇ ਹਾਂ, ਉਹਨੂੰ ਭਵਿੱਖ ਦੇ ਵਿੱਚ ਵਰਤਣ ਲਈ ਕੰਪਿਊਟਰ ਸਟੋਰ ਕਰਕੇ ਰੱਖ ਲੈਂਦਾ ਹੈ, ਉਹਦੇ 'ਚ ਸਟੋਰ ਹੋ ਜਾਂਦੀ ਹੈ, ਉਹਨੂੰ ਆਪਾਂ ਭੰਡਾਰਨ ਕਹਿੰਦੇ ਹਾਂ। ਕੰਪਿਊਟਰ ਦੇ ਵਿੱਚ ਭੰਡਾਰਨ ਦੀ ਸਮਰੱਥਾ ਹੁੰਦੀ ਹੈ। ਹੁਣ ਆਪਾਂ ਦੇਖ ਚੁੱਕੇ ਹਾਂ ਕਿ ਕੰਪਿਊਟਰ ਜਿਹੜਾ ਹੈਗਾ ਉਹਨੂੰ ਅਸੀਂ ਬਹੁਤ ਫਾਇਦੇ ਦੀ ਚੀਜ਼ ਕਹਿ ਚੁੱਕੇ ਹਾਂ ਕਿ ਉਹ ਬਹੁਤ ਹੀ ਉਹਦੇ 'ਚ ਗੁਣ ਹੈਗੇ, ਉਹ ਭੰਡਾਰਨ ਕਰ ਸਕਦਾ, ਉਹ ਬਹੁਗੁਣਤਾ ਕਰ ਸਕਦਾ, ਉਹ ਆਟੋਮੇਸ਼ਨ ਹੈਗਾ, ਉਹ ਬਹੁਤ ਤੇਜ਼ ਗਤੀ ਨਾਲ ਕੰਮ ਕਰਦਾ ਹੈ ਤੇ ਹਰ ਖੇਤਰ ਦਾ ਕੰਮ ਕਰਦਾ ਹੈ। ਕਿਸੇ ਵੀ ਖੇਤਰ ਦੇ ਵਿੱਚ ਹੋਵੇ, ਦਵਾਈਆਂ ਦਾ ਹੋਵੇ, ਬਿਜਲੀ ਦਾ ਹੋਵੇ, ਕੱਪੜੇ ਦਾ ਹੋਵੇ, ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ, ਹਿਸਾਬ ਕਿਤਾਬ ਹੋਵੇ, ਕੁਝ ਵੀ ਹੋਵੇ, ਕੰਪਿਊਟਰ ਕਰਦਾ ਹੈ। ਪਰ ਕੀ ਹੈ, ਫਿਰ ਵੀ ਇੱਕ ਸਿੱਕੇ ਦੇ 2 ਪਹਿਲੂ ਹੁੰਦੇ ਹੈ। ਜਿਸ ਚੀਜ਼ ਦੇ ਫਾਇਦੇ ਹੁੰਦੇ ਹੈ ਉਹਦੇ ਕਈ ਨੁਕਸਾਨ ਵੀ ਹੁੰਦੇ ਹੈ। ਕੰਪਿਊਟਰ ਦੇ ਵੀ ਕੁਝ ਇਸ ਤਰ੍ਹਾਂ ਹੀ ਹੈਗੀਆਂ, ਕੁਝ ਲਿਮੀਟੇਸ਼ਨਸ ਹੈਗੀਆਂ, ਕੁਝ ਉਹਦੀ ਬਾਉਂਡਰੀਜ਼ ਹੈਗੀਆਂ, ਕੁਝ ਸੀਮਾਵਾਂ ਹੈਗੀਆਂ ਜਿਨ੍ਹਾਂ ਤੋਂ ਅੱਗੇ ਉਹ ਨਹੀਂ ਜਾ ਸਕਦਾ। ਤੇ ਕੰਪਿਊਟਰ ਦੀ ਆਪਾਂ ਦੇਖਦੇ ਹਾਂ, ਕੰਪਿਊਟਰ ਦੀਆਂ ਸੀਮਾਵਾਂ ਜਾਂ ਲਿਮੀਟੇਸ਼ਨਸ ਆਫ ਕੰਪਿਊਟਰ ਕੀ ਹੈ। ਭਾਵੇਂ ਕਿ ਕੰਪਿਊਟਰ ਬਹੁਤ ਤੇਜ਼, ਸ਼ਕਤੀਸ਼ਾਲੀ, ਸ਼ੁੱਧ ਮਸ਼ੀਨ ਹੈ, ਪਰ ਇਸ ਦੇ ਹੇਠ ਲਿਖੀਆਂ ਜਿਹੜੀਆਂ ਸੀਮਾਵਾਂ ਹੈਗੀਆਂ ਕਿਹੜੀਆਂ? ਨੰਬਰ 1 ਤੇ ਆਪਾਂ ਗੱਲ ਕਰਾਂਗੇ, ਕੰਪਿਊਟਰ ਆਪਣੇ ਕੰਮ ਆਪ ਕੋਈ ਵੀ ਸੂਚੀ ਤਿਆਰ ਨਹੀਂ ਕਰ ਸਕਦਾ, ਆਪਣੇ ਕੰਮਾਂ ਦੀ ਕੋਈ ਸੂਚੀ ਆਪ ਤਿਆਰ ਨਹੀਂ ਕਰ ਸਕਦਾ। ਕੰਪਿਊਟਰ ਜੇ ਪਿਆ ਹੈ
ਤੇ ਉਹ ਮਨੁੱਖ ਦੀ ਮਦਦ ਤੋਂ ਬਿਨਾ ਆਪਣੇ ਆਪ ਸਟਾਰਟ ਨਹੀਂ ਹੋ ਸਕਦਾ। ਜਾਂ ਆਪਣੇ ਕੰਮਾਂ ਦਾ ਵੀ ਅੱਜ ਜਿਵੇਂ ਆਪਾਂ ਵਿਉਂਤਬੰਦੀ ਬਣਾਉਂਦੇ ਹਾਂ ਸਵੇਰੇ ਉੱਠ ਕੇ ਵੀ ਅਸੀਂ ਅੱਜ ਕਿਹੜੇ ਕਿਹੜੇ ਕੰਮ ਕਰਾਂਗੇ, ਕੰਪਿਊਟਰ ਇਸ ਤਰ੍ਹਾਂ ਨਹੀਂ ਕਰ ਸਕਦਾ। ਜਦ ਤੱਕ ਉਹਨੂੰ ਅਸੀਂ ਹਿਦਾਇਤ ਨਹੀਂ ਦਿੰਦੇ ਉਹ ਆਪਣੇ ਆਪ ਕੋਈ ਸੂਚੀ ਨਹੀਂ ਬਣਾਉਂਦਾ। ਦੂਸਰਾ ਹੈਗਾ ਕੰਪਿਊਟਰ ਕਿਸੇ ਗਲਤ ਹਿਦਾਇਤ ਨੂੰ ਸਹੀ ਨਹੀਂ ਕਰ ਸਕਦਾ। ਜੇ ਉਹਨੂੰ ਅਸੀਂ ਗਲਤੀ ਨਾਲ ਕੋਈ ਗਲਤ ਹਿਦਾਇਤ ਦੇ ਦਿੰਦੇ ਹਾਂ ਤੇ ਉਹ ਉਸੇ ਦੇ ਕੰਮ ਕਰੀ ਜਾਊਗਾ, ਉਹਨੂੰ ਦਰੁਸਤ ਨਹੀਂ ਕਰ ਸਕਦਾ, ਉਹਨੂੰ ਸਹੀ ਨਹੀਂ ਕਰ ਸਕਦਾ। ਤੀਸਰਾ ਹੈ ਕੰਪਿਊਟਰ ਕੁਝ ਵੀ ਕਰਨ ਲਈ ਆਪਣੇ ਆਪ ਕੋਈ ਫੈਸਲਾ ਨਹੀਂ ਕਰ ਸਕਦਾ। ਜਿੰਨੀ ਹਿਦਾਇਤਾਂ ਜਿਹੜੀਆਂ ਫੈਸਲੇ ਦੀਆਂ ਹਿਦਾਇਤਾਂ ਹੈ ਮਨੁੱਖੀ ਦਿਮਾਗ ਨੂੰ ਦੇਣੀਆਂ ਪੈਣਗੀਆਂ, ਕੰਪਿਊਟਰ ਆਪਣੇ ਆਪ ਕੋਈ ਫੈਸਲਾ ਨਹੀਂ ਕਰ ਸਕਦਾ। ਚੌਥੇ ਨੰਬਰ ਤੇ ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਕੋਈ ਹਿਦਾਇਤ ਨਾ ਦਿੱਤੀ ਜਾਵੇ ਉਹ ਆਪਣੇ ਆਪ ਕੰਮ ਨਹੀਂ ਕਰ ਸਕਦਾ। ਜਦੋਂ ਤੱਕ ਆਪਾਂ ਉਹਨੂੰ ਕੋਈ ਹਿਦਾਇਤ ਦਿੰਦੇ ਨਹੀਂ ਕੰਪਿਊਟਰ ਬੰਦ ਪਿਆ ਰਹੂਗਾ, ਉਹ ਆਪਣੇ ਆਪ ਕੋਈ ਕੰਮ ਨਹੀਂ ਕਰੂਗਾ। ਪੰਜਵੇਂ ਨੰਬਰ ਤੇ ਇੱਕ ਮਨੁੱਖ ਦੀ ਤਰ੍ਹਾਂ ਇਸ ਕੋਲ ਕੋਈ ਭਾਵਨਾ ਜਾਂ ਵਿਚਾਰ ਨਹੀਂ ਹੁੰਦੇ। ਜਿਵੇਂ ਸਾਡੇ ਕੋਲ ਵਿਚਾਰ ਹੁੰਦੇ ਆ, ਸਾਡੀਆਂ ਭਾਵਨਾਵਾਂ ਹੁੰਦੀਆਂ, ਕੰਪਿਊਟਰ ਕੀ ਹੈਗਾ ਭਾਵਨਾਵਾਂ ਰਹਿਤ ਹੁੰਦਾ, ਇਹਦੇ ਕੋਲ ਕੋਈ ਭਾਵਨਾ ਜਾਂ ਇਹਦੇ ਕੋਈ ਆਪਣੇ ਆਪ ਵਿਚਾਰ ਨਹੀਂ ਹੁੰਦੇ। ਛੇਵੇਂ ਨੰਬਰ ਤੇ ਅਸੀਂ ਗੱਲ ਕਰਦੇ ਹਾਂ ਇੱਕ ਮਨੁੱਖ ਦੀ ਤਰ੍ਹਾਂ ਇਸ ਪਾਸ ਕੋਈ ਸਮਝ ਜਾਂ ਤਜਰਬਾ ਨਹੀਂ ਹੁੰਦਾ। ਮਨੁੱਖ ਕੋਲੇ ਪਿਛਲੇ ਕੰਮਾਂ ਦਾ ਤਜਰਬਾ ਰਹਿੰਦਾ ਹੈ, ਪਰ ਕੰਪਿਊਟਰ ਕੀ ਹੈ ਜਦੋਂ ਪਿਛਲਾ ਕੰਮ ਹੋ ਜਾਂਦਾ ਹੈ ਉਹ ਉਹਨੂੰ ਭੁੱਲ ਜਾਂਦਾ ਹੈ, ਉਹ ਹਿਦਾਇਤ ਨੂੰ ਖਤਮ ਕਰ ਲੈਂਦਾ ਹੈ, ਅੱਗੇ ਨਵੀਂ ਹਿਦਾਇਤ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਪਹਿਲਾਂ ਵਾਲੀਆਂ ਚੀਜ਼ਾਂ ਦਾ ਤਜਰਬਾ ਨਹੀਂ ਰੱਖਦਾ ਜਿਵੇਂ ਮਨੁੱਖ ਰੱਖਦਾ ਹੈ। ਤੇ ਇਹਦੇ ਨਾਲ ਕੁਝ ਯਾਦ ਰੱਖਣ ਯੋਗ ਗੱਲਾਂ ਹੈ, ਆਪਾਂ ਉਹ ਵੀ ਦੇਖ ਲੈਂਦੇ ਹਾਂ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਕੰਪਿਊਟਰ ਨੂੰ ਜੇਕਰ ਸਹੀ ਹਿਦਾਇਤਾਂ ਦਿੱਤੀਆਂ ਜਾਣ ਤਾਂ ਇਹ ਸਹੀ ਨਤੀਜੇ ਦਿੰਦਾ ਹੈ। ਇਹਨੇ ਹਿਦਾਇਤਾਂ ਦੇ ਅਨੁਸਾਰ ਹੀ ਚੱਲਣਾ ਹੈ। ਜੇ ਹਿਦਾਇਤਾਂ ਸਹੀ ਹੈ ਤਾਂ ਨਤੀਜਾ ਸਹੀ ਹੈ, ਹਿਦਾਇਤਾਂ ਗਲਤ ਹੈ ਤਾਂ ਨਤੀਜਾ ਵੀ ਗਲਤ ਹੋਊਗਾ। ਕੰਪਿਊਟਰ ਕਦੇ ਵੀ ਨਹੀਂ ਥੱਕਦਾ, ਇਹ ਨਾ ਥੱਕਣ ਵਾਲੀ ਮਸ਼ੀਨ ਹੈ। ਕੰਪਿਊਟਰ ਬਹੁਗੁਣਤਾ ਵਾਲੀ ਮਸ਼ੀਨ ਹੈ, ਇਹਦੇ 'ਚ ਇੱਕ ਤੋਂ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਹੈ। ਕੰਪਿਊਟਰ ਪਾਸ ਕੋਈ ਖਾਸ ਸਮਝ ਦਾ ਤਜਰਬਾ ਨਹੀਂ ਹੁੰਦਾ, ਆਪਣਾ ਆਪ ਦਾ ਕੋਈ ਤਜਰਬਾ ਨਹੀਂ ਹੁੰਦਾ। ਕੰਪਿਊਟਰ ਦੀ ਕੋਈ ਭਾਵਨਾ ਜਾਂ ਵਿਚਾਰ ਨਹੀਂ ਹੁੰਦੇ। ਸੋ ਇਹ ਅਸੀਂ ਇਹਨੂੰ ਕੰਪਿਊਟਰ ਨੂੰ ਅੱਜ ਪੜ੍ਹਿਆ, ਕੰਪਿਊਟਰ ਬਾਰੇ ਅਸੀਂ ਜਾਣਕਾਰੀ ਲਈ ਹੈ। ਹੁਣ ਤੁਸੀਂ ਦੇਖਣਾ ਹੈ ਜਿੱਥੇ ਤੁਹਾਨੂੰ ਕੰਪਿਊਟਰ ਕਿਤੇ ਦਿਖਦਾ ਹੈ ਤੇ ਕੰਪਿਊਟਰ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ।